ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹਿ ਹਿਰਦੈ ਗੁਰ ਚਰਨ ਪਿਆਰੇ। ਫੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਸਰਵੜ ਸਰਵਰ ਪੰਖੀ ਹੇਕੜੋ, ਭਾਈ ਵਾਲ ਪਚਾਸ। ਇਹ ਤਨ ਲਹਿਰੀ ਗੱਡ ਥਿਆ, ਸੱਚੇ ਤੇਰੀ ਆਸ। ਮੰਨੇ ਪਾਵੈ ਮੋਖ ਦਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਪਜੀ ਸਾਹਿਬ ਦੀ ਕਥਾ ਦੇ ਵਿੱਚੋਂ ਜਿਹੜੀ 15ਵੀਂ ਪੌੜੀ ਦੀ ਆਪਾਂ ਤੁਕ ਲਈ ਹੋਈ ਆ ਕਿ ਮੰਨੇ ਪਾਵੇ ਮੋਖ, ਮੋਖ ਦੀ ਆਪਾਂ ਵਿਆਖਿਆ ਕਰਦੇ ਹਾਂ। ਜਿਉਂ ਜਿਉਂ ਸੰਸਾਰ ਉੱਤੇ ਜੀਵ ਆਉਂਦਾ ਹੈ, ਮਹਾਰਾਜ ਕਹਿੰਦੇ ਆ ਕਿ ਵਿੱਚੋਂ ਗਰਭੇ ਨਿਕਲਿਆ ਆ, ਖਸਮ ਸਾਰ ਦੁਨੀ ਚਿਤ ਲਾਇਆ। ਸਭ ਤੋਂ ਪਹਿਲਾਂ ਆਉਂਦਿਆਂ ਇਸ ਜੀਵ ਦੀ ਰੱਬ ਨਾਲੋਂ ਸੁਰਤੀ ਟੁੱਟੀ, ਧਿਆਨ ਟੁੱਟਿਆ ਅਤੇ ਇਹਦਾ ਮੋਹ ਜਿਹੜਾ ਸੀ ਉਸ ਸੰਸਾਰ ਨਾਲ ਸ਼ੁਰੂ ਹੋ ਗਿਆ। ਪਹਿਲਾਂ ਗਰਭੇ ਨਿਕਲ ਆਇਆ, ਖਸਮ ਸਾਰ ਦੁਨੀ ਚਿਤ ਲਾਇਆ। ਵਿੱਚੋਂ ਗਰਭੇ ਨਿਕਲ ਆਇਆ, ਖਸਮ ਸਾਰ ਦੁਨੀ ਚਿਤ ਲਾਇਆ। ਆਏ ਜਾਏ ਭਾਈਏ ਜੂਨੀ, ਰਹਿਣ ਕੀਤੀ ਠਾਏ ਪਿਆ। ਹਾਂਜੀ ਹਾਂ, ਮਿਹਰਬਾਨ ਰੱਖ ਲੈਣ ਆਪੇ, ਜੀ ਜਨ ਸਭ ਤਿਸਕੇ ਥਾਪੇ। ਆਇਆ ਸੋ ਪ੍ਰਵਾਨ ਪਿਆ। ਜਿਹਨੇ ਇੱਥੇ ਆਣ ਕੇ ਸੰਸਾਰ ਨਾਲ ਪ੍ਰੀਤੀ ਪਾਉਣ ਦੀ ਬਜਾਏ ਗੁਰੂ ਨਾਲ ਪ੍ਰੀਤ ਪਾ ਲਈ ਆ, ਉਹ ਫਿਰ ਗੁਰਮੁਖ ਜਿਣ ਚੱਲਿਆ। ਪਰ ਇੱਥੇ ਜਿਉਂ ਜਿਉਂ ਮਨੁੱਖ ਵੱਡਾ ਹੁੰਦਾ ਜਾਂਦਾ ਹੈ, ਇਹਦੀ ਪ੍ਰੀਤ ਦੁਨੀਆ ਨਾਲ ਵੱਧਦੀ ਜਾਂਦੀ, ਵੱਧਦੀ ਜਾਂਦੀ। ਪਹਿਲਾਂ ਪਿਆਰ ਲੱਗਾ ਥਣ ਦੁੱਧ, ਇੱਥੋਂ ਦੀ ਪ੍ਰੀਤ ਸੰਸਾਰ ਨਾਲ ਆਰੰਭ ਹੋ ਜਾਂਦੀ ਹੈ, ਅਸਥਣ ਤੋਂ। ਮੰਮਾ ਮਾਸ ਗਰਾਸ, ਇਹਦੀ ਗਰਾਸ ਨਾਲ ਬੜੀ ਪ੍ਰੀਤ ਹੁੰਦੀ ਹੈ। ਫਿਰ ਵੱਡਾ ਹੋਇਆ, ਦੂਜੇ ਭਈਆ ਭਾਬੀ ਬੇਬ, ਇਹ ਭੈਣਾਂ ਭਰਾਵਾਂ ਨਾਲ ਮੋਹ ਪਾ ਬੈਠਾ ਹੈ। ਹਾਂਜੀ, ਤੀਜੇ ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਵੇਖੋ ਖੇਡ ਦੇ ਨਾਲ ਬੱਚੇ ਦਾ ਕਿੰਨਾ ਮੋਹ ਹੁੰਦਾ ਹੈ। ਇਹ ਜਦੋਂ ਇੱਕ ਵਾਰੀ ਟੁੱਟ ਗਿਆ ਰੱਬ ਤੋਂ, ਫਿਰ ਟੁੱਟਿਆ ਹੀ ਗਿਆ, ਟੁੱਟਿਆ ਹੀ ਗਿਆ, ਟੁੱਟਿਆ ਹੀ ਗਿਆ। ਪੰਜਵੇਂ ਖਾਣ ਪੀਣ ਕੀ ਧਾਤ, ਖਾਣ ਪੀਣ ਵਿੱਚ ਕਿੰਨੀ ਰੁਚੀ ਆ ਬੰਦੇ ਦੀ। ਛੇਵੇਂ ਕਾਮ ਨਾ ਪੁੱਛੇ ਜਾਤ, ਜਦੋਂ ਇਹ ਅਵਸਥਾ ਆਉਂਦੀ ਹੈ ਨਾ, ਫਿਰ ਜਾਤ ਪਾਤ ਗੁਰੂ ਪੀਰ ਰਹਿਬਰ ਸਭ ਭੁੱਲ ਜਾਂਦੇ ਨੇ।
ਇਹ ਬਲੀ ਅਵਸਥਾ ਹੁੰਦੀ ਮਨੁੱਖ ਦੀ। ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸੰਝ ਕੀਆ, ਧਨ ਦੌਲਤ ਇਕੱਠੀ ਕਰਨ ਲੱਗ ਪਿਆ। ਫਿਰ ਸੰਚਣਾ, ਇਕੱਠਾ ਕਰਨਾ। ਜਿੱਦਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤਕੂ ਸੰਝਿਆਈ। ਸੰਝਣਾ, ਇਕੱਠਾ ਕਰਨਾ। ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਸੰਜੇ ਧਰੇ ਪਿਆਰ। ਸੰਚੇ, ਸੰਚਣਾ, ਇਕੱਠਾ ਕਰਨਾ। ਸਤਵੇਂ, ਪੰਜਵੇਂ ਕਾਮ ਨ ਪੁੱਛੇ ਦਾਸ, ਛੇਵੇਂ ਸੰਝ ਕੀਆ ਕਰਵਾ। ਸਤਵੇਂ ਕ੍ਰੋਧ ਹੋਵਾ ਤਨ ਨਾਸ। ਵੱਧਦਾ ਗਿਆ, ਰੱਬ ਨੂੰ ਦੂਰੀ ਵੱਧਦੀ ਗਈ। ਜਿਹਨੂੰ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ ਕਿ ਧਾਵਤ ਧਾਏ ਪ੍ਰੀਤਮ ਆਇਆ ਕਾਰਨ, ਲੱਖ ਕੋਸਣ ਕੋ ਬਿਥ ਦੀਜੇ। ਜਦੋਂ ਫਿਰ ਇਹ ਸੰਸਾਰ ਨਾਲ ਪ੍ਰੀਤ ਪਈ ਹੈ ਤੇ ਰੱਬ ਦੇ ਨਾਲੋਂ ਇਹਦੀ ਕਿੰਨੀ ਕੁ ਦੂਰੀ ਹੋ ਗਈ। ਇਸ ਗੁਰੂ ਰਾਮਦਾਸ ਕਹਿੰਦੇ ਨੇ ਲੱਖ ਕੋਸਣ, ਲੱਖਾਂ ਕੋਹ ਦੂਰ ਧਰਮ ਤੋਂ, ਰੱਬ ਤੋਂ ਇਹ ਦੂਰ ਤੁਰਦਾ ਤੁਰ ਹੀ ਗਿਆ। ਲੱਖ ਕੋਸਣ ਕੋ ਬਿਥ ਦੀਜੇ। ਅੱਠਵੇਂ ਕ੍ਰੋਧ ਵਾ ਤਨ ਨਾਸ, ਕ੍ਰੋਧ ਵੱਧ ਗਿਆ। ਨਾਵੇਂ ਧੌਲੇ, ਭਵਰ ਗਏ ਬੱਗ ਬੈਠੇ ਆਏ। ਹਾਂਜੀ, ਕਾਲੇ ਵਾਲ ਮੁਸਾਫਰ ਹੋਏ, ਆ ਚਿੱਟਿਆਂ ਡੇਰੇ ਲਾਏ। ਵੇਖ ਬੰਦੇ ਆਪਣੀ ਸੂਰਤ, ਇਹ ਤਾਂ ਮੌਤ ਦੇ ਸੱਦੜੇ ਆਏ। ਨਾਵੇਂ ਧੌਲੇ ਉੱਭੇ ਸਾਹ, ਦੋ ਗੱਲਾਂ ਹੁੰਦੀਆਂ ਨੇ। ਇੱਕ ਉੱਭੇ ਸਾਹ, ਸਾਹ ਔਖਾ ਨਿਕਲਦਾ ਹੈ। ਹੁਣ ਚਿੱਟਾ ਹੋ ਗਿਆ ਸਰੀਰ। ਤੇ ਦਸਵੇਂ ਦੱਦਾ ਹੋਆ ਸੁਆਹ। ਤੇ ਜਿਹੜੇ ਔਖੇ ਨਿਕਲਦੇ, ਇੱਕ ਦਿਨ ਉਹ ਵੀ ਨਿਕਲਣੋਂ ਬੰਦ ਹੋ ਗਏ ਤੇ ਅਗਲਿਆਂ ਨੇ ਚੱਕ ਕੇ ਸਵਾਹ ਕਰ ਦਿੱਤਾ। ਫਿਰ ਗਏ ਸਗੀਤ, ਸੰਗੀ ਸਾਥੀ ਸਾਰੇ ਸਾਥ ਛੱਡ ਗਏ। ਫਿਰ ਕੌਣ ਮਾਂ ਸੀ, ਕੌਣ ਪਿਓ ਸੀ, ਕੌਣ ਪਿਤਾ, ਦੌਲਤ ਸ਼ੌਹਰਤ, ਜੋ ਪਦਵੀਆਂ, ਅਹੁਦੇ, ਬੜੇ ਭੰਡਾਰ ਭਰੇ ਸਨ, ਸਭ ਬਗਾਨੇ ਹੋ ਗਏ। ਗਏ ਸਗੀਤ, ਸੰਗੀ ਸਾਥੀ ਸਭ ਛੱਡ ਗਏ। ਪੁਕਾਰੀ ਤਾਹਾਂ ਮਾਰ ਕੇ ਰੋਂਦੇ ਨੇ ਜਦੋਂ ਕੋਈ ਮਰ ਜਾਂਦਾ। ਪੁਕਾਰੀ ਉੱਡਿਆ ਹੰਸ, ਉਡਾਰੀ ਮਾਰ ਗਿਆ, ਹੁਣ ਨਹੀਂ ਉਹਨੇ ਵਾਲ ਨਹੀਂ ਚਾਉਣਾ ਮੁੜ ਕੇ। ਰੋਂਦੇ ਰਹੋ, ਕੁਰਲਾਉਂਦੇ ਰਹੋ, ਝੂਠਾ ਰੁਦਨ ਹੋਵਾ ਦਿਵਾਲੇ। ਤੁਮ ਰੋਵੋਗੇ ਉनको, ਤੁਮਕੋ ਕੌਣ ਰੋਸੀ। ਹਾਂਜੀ, ਉੱਡਿਆ ਹੰਸ ਦਸਾਏ ਰਾਹ, ਅਗਲੇ ਰਾਹ ਪੈ ਗਿਆ, ਇਹ ਰਾਹ ਛੱਡ ਗਿਆ। ਜਿਹੜੇ ਦੁਨੀਆ ਦੇ ਰਾਹ 'ਤੇ ਤੁਰਦਾ ਸੀ, ਸਾਰੇ ਰਾਹ ਉਹਦੇ ਛੁੱਟ ਗਏ, ਅਗਲੇ ਰਾਹ 'ਤੇ ਤੁਰ ਗਿਆ ਉਹ ਤਾਂ। ਹੁਣ ਆਇਆ ਸੀ ਤੇ ਤੁਰ ਗਿਆ। ਤੇ ਮੋਇਆ ਨਾਉ, ਸਮਝ ਦੇ ਨਾਲ ਬੰਦੇ ਦਾ ਨਾਂ ਵੀ ਧਰਤੀ ਤੋਂ ਮਿਟ ਜਾਂਦਾ ਹੈ। ਠੀਕ, ਅਸੀਂ ਤਾਂ ਪੱਥਰਾਂ ਉੱਤੇ, ਧਰਮ ਸਥਾਨਾਂ ਉੱਤੇ ਨਾਂ ਲਿਖਾ ਕੇ ਰੱਖਦੇ ਹਾਂ ਆਪਣਾ। ਜਦ ਮੈਂ ਹੀ ਨਹੀਂ ਰਹਿਣਾ ਤੇ ਮੇਰੇ ਨਾਂ ਨੂੰ ਕਿਸੇ ਨੇ ਕੀ ਕਰਨਾ ਹੈ। ਮੈਂ ਹੀ ਮਿਟ ਜਾਣਾ ਤੇ ਮੇਰਾ ਨਾਂ ਰਹਿ ਵੀ ਗਿਆ ਕਿਸੇ ਕਾਗਜ਼ 'ਤੇ ਲਿਖਿਆ ਹੋਇਆ, ਕਿਸੇ ਪੱਥਰ 'ਤੇ ਲਿਖਿਆ ਹੋਇਆ, ਤੇ ਉਹ ਨਾਂ ਕੀ ਕਿਸੇ ਦੇ ਕੰਮ ਆਊਗਾ। ਆਇਆ ਗਿਆ ਮੋਇਆ ਨਾਉ, ਨਾਂ ਵੀ ਖਤਮ ਹੋ ਗਿਆ। ਪਿੱਛੇ ਪੱਤਲ ਸਦਹੋ ਕਾਬ, ਮਰੇ ਦੇ ਬਾਦਾਂ ਬੜੇ ਫਿਰ ਲੋਕਾਂ ਨੂੰ ਲੰਗਰ ਛਕਾਉਂਦੇ ਨੇ, ਨਾਂ ਦੇ ਦਾਨ ਪੁੰਨ ਕਰਦੇ ਨੇ ਉਹਦੇ ਨਾਂ ਦਾ। ਪਿੱਛੇ ਪੱਤਲਾਂ 'ਤੇ ਜਾ ਕੇ ਫਿਰ ਦਾਨ ਪੂਜਾ ਗੰਗਾ 'ਤੇ ਜਾ ਕੇ ਕਰਦੇ ਨੇ।
ਆਂਦੇ ਨੇ ਰਾਮ ਤੇਰੀ ਗੰਗਾ ਮੈਲੀ। ਜਿੰਨੇ ਕੁ ਧਰਤੀ ਦੇ ਬੰਦੇ ਜਿਉਂਦੇ ਇਹਦੋਂ ਵੱਧ ਗੰਗਾ 'ਚ ਮਾਰ ਹੱਡੀਆਂ ਸੁੱਟ ਛੱਡੀਆਂ ਲੋਕਾਂ ਨੇ, ਤਾਂ ਮੈਲੀ ਹੋਈ ਨਹੀਂ। ਹੋਰ ਹੱਡੀਆਂ ਦੇ ਨਾਲ ਹੀ ਮੈਲੀ ਕਰ ਛੱਡੀ ਲੋਕਾਂ ਨੇ ਰਾਮ ਦੀ ਗੰਗਾ ਤੋਂ। ਹਾਲਾਂਕਿ ਗੰਗਾ ਰਾਮ ਦੀ ਨਹੀਂ ਆ, ਗੰਗਾ ਸ਼੍ਰੀ ਉਹਦੀ ਆਪਣੇ ਸ਼ਿਵ ਜੀ ਦੀ ਆ, ਸ਼ਿਵ ਭਗਵਾਨ ਜੀ ਦੀ ਆ। ਉਹਦੀ ਜਟਾਂ 'ਚੋਂ ਨਿਕਲੀ ਹੋਈ ਹੈ, ਤਾਂ ਉਹਨੂੰ ਕਹਿੰਦੇ ਰਾਮ ਤੇਰੀ ਆਪਣੀ ਗੰਗਾ ਮੈਲੀ। ਰਾਮ ਦੀ ਨਹੀਂ ਹੈ ਮੈਲੀ ਗੰਗਾ, ਸ਼ਿਵ ਭਗਵਾਨ ਜੀ ਦੀ। ਬਜ਼ੁਰਗਾਂ ਦੇ ਮਰਨ ਤੋਂ ਬਾਅਦ ਬੜੇ ਲੋਕ ਪਖੰਡ ਕਰਦੇ, ਫਿਰ ਉੱਤੇ ਘਿਓ ਪਾਉਂਦੇ ਨੇ ਉਹਦੇ ਨਾਲ, ਅਤੇ ਫਿਰ ਸਰਾਧ ਕਰਦੇ ਨੇ, ਭੰਡਾਰੇ ਕਰਦੇ ਨੇ, ਅਤੇ ਜੀਂਦਿਆਂ ਉਹਨੂੰ ਕਦੀ ਪਾਣੀ ਨਹੀਂ ਪੁੱਛਦੇ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਹੋ ਕਾਵ। ਕਾਵਾਂ ਨੂੰ ਭੋਜਨ ਪਾਉਂਦੇ ਨੇ ਪਿੱਤਰਾਂ ਦੇ ਨਿਮਿੱਤ ਤਿਆਰ ਕਰਕੇ। ਪਰ ਮਾਰਨ ਅਖੀਰ 'ਤੇ ਕਿਹਾ ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਨਾਨਕ ਮਨਮੁਖ ਅੰਧ ਪਿਆਰ। ਇਹਨੇ ਪਿਆਰ ਪਾਉਣਾ ਸੀ ਗੁਰੂ ਦੇ ਨਾਲ, ਪਿਆਰ ਪਾਉਣਾ ਸੀ ਰੱਬ ਨਾਲ, ਉਹ ਪਿਆ ਹੀ ਨਹੀਂ। ਨਾਨਕ ਮਨਮੁਖ ਅੰਧ ਪਿਆਰ। ਤੇ ਹੋਇਆ ਕੀ ਫਿਰ, ਜਦੋਂ ਪਿਆਰ ਗੁਰੂ ਨਾਲ ਨਹੀਂ ਪਿਆ, ਰੱਬ ਦੇ ਨਾਮ ਨਾਲ ਪਿਆਰ ਨਹੀਂ ਪਿਆ, ਜਿਹਨੇ ਮੰਨੇ ਪਾਵੇ ਮੋਖ ਦਵਾਰ, ਜਿਹਨੇ ਮੁਕਤੀ ਦਿਵਾਉਣੀ ਸੀ, ਉਹਦੇ ਨਾਲ ਪਿਆਰ ਨਹੀਂ ਪਿਆ। ਤੇ ਨਾਨਕ ਮਨਮੁਖ ਅੰਧ ਪਿਆਰ। ਫਿਰ ਹੋਇਆ ਕੀ, ਬਾਜੇ ਗੁਰੂ ਡੁੱਬਾ ਸੰਸਾਰ, ਬਾਜ ਗੁਰੂ ਡੁੱਬਾ ਸੰਸਾਰ। ਫਿਰ ਮੰਨੇ ਪਾਵੇ ਮੋਖ ਦੁਆਰ ਕਿੱਥੋਂ ਮਿਲਣਾ, ਜਦੋਂ ਦੂਜੇ ਪਿਆਰ ਵਿੱਚ ਡੁੱਬ ਗਿਆ, ਦੁਨੀਆ ਵਿੱਚ ਡੁੱਬ ਗਿਆ। ਇਹ ਤਾਂ ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਕਾਮ ਕ੍ਰੋਧ ਲੋਭ ਮੋਹ। ਇੱਥੇ ਮੋਹ ਨੂੰ ਲੋਕੀ ਮੋਹੇ ਕਈ ਪੜ੍ਹਦੇ ਆ। ਜਦੋਂ ਵੀ ਅੱਜ ਵੀ ਸ੍ਰੀ ਦਰਬਾਰ ਸਾਹਿਬ ਤੋਂ ਇਸੇ ਸ਼ਬਦ ਦਾ ਕੀਰਤਨ ਹੁੰਦਿਆ ਸੀ, ਕਿਉਂਕਿ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਬਿਲਾਵਲ ਰਾਗ ਚੱਲਦਾ। ਉਹਨੂੰ ਕਹਿੰਦੇ ਬਿਲਾਵਲ ਦੀ ਚੌਂਕੀ। ਆਸਾ ਦੀ ਵਾਰ ਦੀ ਚੌਂਕੀ ਤੋਂ ਬਾਅਦ ਅਤੇ ਆਸਾ ਦੀ ਵਾਰ ਦੀ ਚੌਂਕੀ ਵਿੱਚ ਪ੍ਰਭਾਤੀ ਰਾਗ, ਭੈਰੋਂ ਰਾਗ, ਆਸਾ ਰਾਗ, ਇਹ 3 ਰਾਗ ਪੜ੍ਹੇ ਜਾਂਦੇ ਨੇ ਅੰਮ੍ਰਿਤ ਵੇਲੇ। ਇਹਨੂੰ ਆਸਾ ਦੀ ਵਾਰ ਦੀ ਚੌਂਕੀ ਕਹਿੰਦੇ। 3 ਘੰਟਿਆਂ ਦੀ ਇੱਕ ਚੌਂਕੀ ਹੁੰਦੀ ਹੈ। ਹੁਣ 3 ਵਜੇ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਅਤੇ 6 ਵਜੇ ਸਮਾਪਤੀ। ਇੱਕ ਚੌਂਕੀ 3 ਘੰਟਿਆਂ ਦੀ। ਫਿਰ 6 ਤੋਂ 9 ਬਿਲਾਵਲ ਦੀ ਚੌਂਕੀ ਚੱਲਦੀ ਹੈ। ਹਾਂਜੀ, ਉਹਦੇ 'ਚ ਸਵੇਰੇ ਰਾਗੀ ਪੜ੍ਹ ਰਹੇ ਸੀ ਸ਼ਬਦ ਕਿ ਕਾਮ ਕ੍ਰੋਧ ਲੋਭ ਮੋਹ। ਇਹ ਮੋਹ ਨੂੰ ਲੋਕੀ ਮੋਹੇ ਪੜ੍ਹੀ ਜਾਂਦੇ, ਮੋਹੇ ਮੈਨੇ ਮੈਨੂੰ, ਪਰ ਇੱਥੇ ਉਸ ਵਿਸ਼ੇ ਦਾ ਜ਼ਿਕਰਵਾ। ਇਹਨੂੰ ਮੋਹੇ ਨਹੀਂ ਪੜ੍ਹਨਾ, ਹੁਣ ਪੜ੍ਹਦੇ ਹੀ ਨਹੀਂ, ਕਿਉਂਕਿ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ। ਪਰ ਨਹੀਂ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਮੋਹ ਮਨ ਲੀਨਾ, ਮਨ ਕਿੱਥੇ ਲੀਨ ਵਾ। ਮਨ ਇਹੋ ਜਿਹੀ ਚੀਜ਼ ਆ, ਇਹ ਲੀਨ ਹੋਏ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਜੇ ਰਹੂਗਾ ਤੇ ਦੁਖੀ ਕਰੂਗਾ ਸਾਨੂੰ। ਜਦੋਂ ਇਹ ਲੀਨ ਹੋ ਗਿਆ ਫਿਰ ਸਾਨੂੰ ਦੁਖੀ ਕਰਨ ਹਟ ਜੂਗਾ। ਇਹ ਨੀਂਦ ਵਿੱਚ ਬੜਾ ਲੀਨ ਹੋ ਜਾਂਦਾ ਹੈ। ਇਹ ਕਾਮ ਦੇ ਨਸ਼ੇ ਵਿੱਚ ਬੜਾ ਮਸਤ ਹੁੰਦਾ ਹੈ। ਕਾਮ ਕ੍ਰੋਧ ਮੋਹ ਲੋਭ, ਧਨ ਦੌਲਤ ਵਿੱਚ ਕਿੰਨਾ ਮਸਤ ਹੁੰਦਾ ਹੈ। ਮੋਹ ਕਿੱਦਾਂ ਪਿਆਰ ਕਰਦਾ ਕੁਟੁੰਬ ਦੇ ਨਾਲ, ਸੰਸਾਰ ਦੇ ਨਾਲ ਬੜਾ ਪਿਆਰ ਕਰਦਾ। ਇਹ ਤਾਂ ਮੋਹ ਮਨ ਲੀਨਾ, ਮਨ ਲੀਨ ਹੋਇਆ ਪਿਆ ਹੈ, ਮਸਤ ਹੋਇਆ ਹੈ। ਜਿੱਦਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਨਾ ਕਿ
ਗੁਰੂ ਅਰਜਨ ਸਾਹਿਬ ਕਹਿੰਦੇ ਨੇ ਧਨ ਸੂਤੀ ਫਿਰ ਸਦ ਜਾਗੰਤਾ। ਇਹ ਸੁੱਤੀ ਹੋਈ ਆ, ਉਹ ਜਾਗਦਾ ਹੋਇਆ ਮੇਲ ਨਹੀਂ ਹੋ ਰਿਹਾ। ਜਿੱਦਣ ਇਹ ਜਾਗ ਜਾਏਗਾ ਨਾ ਉਸ ਦਿਨ ਮੇਲ ਹੋ ਜਾਏਗਾ। ਇਹ ਅਜੇ ਲੀਨ ਵਾ, ਉਹਦੇ ਵਿੱਚ ਲੀਨ ਨਹੀਂ ਆਏ। ਫਿਰ ਸੂਤੀ ਧਨ ਸੂਤੀ ਫਿਰ ਸਦ ਜਾਗੰਤਾ। ਕਿਸ ਤਰ੍ਹਾਂ ਸੁੱਤੀ ਹੋਈ ਹੈ? ਪੀਓ ਮਦਰੋ, ਇਹਨੇ ਨਸ਼ਾ ਪੀਤਾ ਹੋਇਆ ਵਾ। ਪੀਓ ਮਦਰੋ ਧਨ ਮਤਵੰਤਾ। ਹਾਂ, ਧਨ ਜਾਗੇ, ਇਹ ਜਾਗ ਸਕਦੀ ਆ। ਕਿਸ ਤਰ੍ਹਾਂ ਜਾਗੇਗੀ? ਜੇ ਪਿਰ ਬੋਲਨ ਤਾ, ਜੇ ਪਿਰ ਬੋਲਨ ਤਾ, ਜੇ ਉਸ ਨੂੰ ਬੋਲੇ। ਬਬੀਹਾ ਪ੍ਰਿਉ ਪ੍ਰਿਉ ਕਰੇ, ਜਲ ਨਿਧ ਪ੍ਰੇਮ ਪਿਆਰ। ਮੈਂ ਕਹਿ ਰਿਹਾ ਸੀ ਕਿ ਮਨ ਇਹੋ ਜਿਹੀ ਚੀਜ਼ਾਂ 24 ਘੰਟੇ ਕਿਸੇ ਨਾ ਕਿਸੇ ਚੀਜ਼ ਵਿੱਚ ਮਸਤ ਰਹਿਣਾ ਚਾਹੀਦਾ। ਕਦੀ ਯੂਟਿਊਬ 'ਤੇ, ਕਦੀ ਫੇਸਬੁੱਕ 'ਤੇ, ਕਦੀ ਵਟਸਐਪ 'ਤੇ, ਕਦੀ ਕਿਤੇ, ਕਦੀ ਕਿਤੇ, ਕਦੀ ਖਾਣ 'ਚ, ਕਦੀ ਪੀਣ 'ਚ, ਕਦੀ ਦੇਖਣ 'ਚ। ਇਹ ਮਸਤੀਆਂ ਭਾਲਦਾ 24 ਘੰਟੇ। ਸਾਹਿਬ ਕਹਿੰਦੇ ਨੇ ਫਿਰ ਇਹ ਕੀ ਆ? ਮਸਤੀਆਂ ਕੀ ਆ? ਇਹੀ ਤੇ ਬੰਧਨ ਵਾ। ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ। ਮਨ ਲੀਨ ਹੋਇਆ ਹੈ। ਤੇ ਬੰਧਨ ਕਾਟ ਮੁਕਤ ਗੁਰ ਕੀਨਾ, ਮੁਕਤ ਗੁਰ ਕੀਨਾ ਮੰਨੇ ਪਾਵੈ ਮੋਖ ਦਵਾਰਾ। ਫਿਰ ਜਦੋਂ ਇਹ ਲੀਨ ਹੋ ਚੁੱਕਾ ਹੈ, ਹੁਣ ਇਸ ਨੂੰ ਬੰਧਨਾਂ ਤੋਂ ਮੁਕਤ ਕੌਣ ਕਰੇਗਾ? ਸਾਹਿਬ ਕਹਿੰਦੇ ਬੰਧਨ ਕਾਟ ਮੁਕਤ ਗੁਰ ਕੀਨਾ। ਕਿਉਂਕਿ ਬੰਦੇ ਦੀ ਕੋਈ ਪਾਇਆ ਨਹੀਂ ਗਾ ਇਹਨਾਂ ਪੰਜਾਂ ਦੇ ਅੱਗੇ ਕਿ ਇਹਨਾਂ ਤੋਂ ਇਹ ਮੁਕਤੀ ਪਾ ਸਕੇ। ਇਹਨਾਂ ਤੋਂ ਬਾਣੀ ਕਹਿੰਦੀ ਆ ਕਿ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਮੰਨੇ ਪਾਵੇ ਮੋਖ ਦਵਾਰ। ਕੌਣ ਮੋਖ ਦਵਾਰ ਪ੍ਰਾਪਤ ਕਰਦਾ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੇਵਲ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆਵੇ ਰਸ, ਕਥ ਕਥਾ ਤਨ ਜਾਨੀ। ਇਹ ਜਿਹਨੂੰ ਰੱਬੀ ਪਿਆਲਾ ਮਿਲ ਜੇ ਨਾ, ਉਹ ਫਿਰ ਰੱਬੀ ਨਾਮ ਵਿੱਚ ਲੀਨ ਹੋ ਜਾਂਦਾ। ਅਤੇ ਫਿਰ ਇਹ ਜਿਹੜੀ ਮਨ ਦੀਆਂ ਆਪਣੀਆਂ ਲੀਨਤਾਈਆਂ ਨੇ ਇਹ ਮੁੱਕ ਜਾਂਦੀਆਂ ਨੇ। ਅਤੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਮੰਨੇ ਪਾਵੇ ਮੋਖ ਦਵਾਰ। ਤੁਮਾਰ ਕਹਿੰਦੇ ਆ ਵੀ ਇਹ ਆਪਣਾ ਵਿਸ਼ਾ ਇਹ ਸੀ ਕਿ ਮੈਂ ਅੱਜ ਇੱਕ ਸਾਖੀ ਸੁਣਾਉਣਾ ਚਾਹੁੰਦਾ ਅੱਜ ਕਿ ਸਤਾਰਾ ਜ਼ਿਲ੍ਹਾ ਜਿਹੜਾ ਕਿਲ੍ਹਾ ਜਿਹੜਾ ਪੂਨੇ, ਉੱਥੇ 2 ਕੈਦੀ ਕੈਦ ਵਿੱਚ ਨੇ। ਇੱਕ ਦਾ ਨਾਂ ਰੁਸਤਮ ਰਾਏ ਆ ਅਤੇ ਦੂਸਰੇ ਦੇ ਨਾਮ ਬਾਲਾ ਰਾਓ ਹੈ, ਜੋ ਹੈਦਰਾਬਾਦ ਦੇ ਇਲਾਕੇ ਦੇ ਰਾਜੇ ਨੇ। ਅਤੇ ਪੂਨੇ ਦੇ ਕੈਦ ਜ਼ਿਲ੍ਹੇ ਪਰ ਜਿਹੜਾ ਕਿਲ੍ਹਾ ਸੀ ਉਹਦੇ 'ਚ ਕੈਦੀ ਬਣੇ ਹੋਏ ਨੇ। ਇਹ ਪੁਰਾਣੇ ਸਮੇਂ ਜਿਹੜੇ ਵੱਡੇ ਰਾਜੇ ਹੁੰਦੇ ਸੀ ਛੋਟਿਆਂ ਨੂੰ ਕੈਦ ਕਰ ਲੈਂਦੇ ਹੁੰਦੇ ਸਨ। ਇਹ ਪਰੰਪਰਾ ਸਦਾ ਹੀ ਤੁਰੀ ਆਈ ਆ। ਹਮੇਸ਼ਾ ਵੱਡਾ ਹੀ ਛੋਟੇ ਨੂੰ ਮਾਰਦਾ ਆਇਆ ਵਾ। ਜਿਸ ਤਰ੍ਹਾਂ 52 ਰਾਜੇ ਕੈਦ ਕੀਤੇ ਸਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਛਡਾਏ ਨੇ। ਇਸ ਤਰ੍ਹਾਂ ਛੋਟੇ ਛੋਟੇ ਰਾਜੇ ਜਿਹੜੇ ਹੁੰਦੇ ਸੀ, ਰਜਵਾੜੇ ਹੁੰਦੇ ਸੀ, ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਨੂੰ ਵੱਡੇ ਰਾਜੇ ਕੈਦ ਕਰਕੇ ਰੱਖਦੇ ਸਨ। ਇਹਨਾਂ ਦੋਵਾਂ ਭਰਾਵਾਂ ਨੂੰ ਵੀ ਕੈਦ ਕੀਤਾ ਗਿਆ ਅਤੇ ਛੁੱਟਣ ਦੀ ਕੋਈ ਆਸ ਨਹੀਂ ਹੈ। ਕਿਲ੍ਹੇ ਦੇ ਅੰਦਰ ਕੈਦ ਨੇ, ਛੋਟੀ ਮੋਟੀ ਜੇਲ੍ਹ ਨਹੀਂ ਹੈ। ਅਤੇ ਜਿਹੜਾ ਉੱਥੇ ਇੱਕ ਪਹਿਰਾ ਦਿੰਦਾ ਹੈ ਰਾਤ ਨੂੰ ਸੰਤਰੀ, ਉਹ ਗੁਰੂ ਕਾ ਸਿੱਖ ਵਾ। ਅਤੇ ਰਾਤ ਨੂੰ ਉਹ ਟਿਕਾਓ ਬੜਾ ਹੈ। ਹੁਣ ਤਾਂ ਧਰਤੀ 'ਤੇ ਬਹੁਤ ਰੌਲੀ ਪੈ ਗਈ, ਨਾ ਦਿਨੇ ਚੈਨ ਨਾ ਰਾਤ ਨੂੰ ਚੈਨ, ਨਾ ਆਵਾਜ਼ਾਂ ਹੀ ਆਵਾਜ਼ਾਂ, ਆਵਾਜ਼ਾਂ ਹੀ ਆਵਾਜ਼ਾਂ। ਬੜੀ ਮੁਸ਼ਕਿਲ ਬਣੀ ਹੋਈ ਹੈ।
ਤੇ ਬੜਾ ਵੱਡਾ ਟਿਕਾਓ ਹੈ ਕਿਲੇ ਦੇ ਅੰਦਰ। ਕੈਦੀ ਆਪੋ ਆਪਣੇ ਕੈਦਖਾਨਿਆਂ 'ਚ ਬੰਦ ਨੇ ਤੇ ਸੰਤਰੀ ਡਿਊਟੀ ਦਿੰਦਾ। ਤੇ ਜਿਹਨੂੰ ਕਿਹਾ ਕਿ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਉਹਦੀ ਅਵਸਥਾ ਹੈ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ ਰਾਮ ਨਾ ਲਾਵੋ ਚੀਤ। ਇਹ ਅਵਸਥਾ ਹੁੰਦੀ ਹੈ ਜਦੋਂ ਕੰਮ ਕਾਜ ਕਰਦਿਆਂ ਵੀ ਚਿੱਤ ਰੱਬ ਦੇ ਨਾਲੋਂ ਨਹੀਂ ਟੁੱਟਦਾ। ਇਹ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਪਹਿਰੇ 'ਤੇ ਆ ਅਤੇ ਅੰਮ੍ਰਿਤ ਵੇਲੇ ਇਹ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੰਦਾ। ਅਤੇ ਇਹ ਪਾਠ ਦੀ ਆਵਾਜ਼ ਇਹਨਾਂ ਦੋਵਾਂ ਭਰਾਵਾਂ ਦੇ ਕੰਨਾਂ ਵਿੱਚ ਪੈਂਦੀ ਆ ਅਤੇ ਕੈਦਖਾਨੇ 'ਚ ਬੰਦ ਨੇ। ਅਤੇ ਬੜੇ ਪ੍ਰੇਮ ਦੇ ਨਾਲ, ਬੜੇ ਟਿਕਾ ਦੇ ਨਾਲ ਪੜ੍ਹ ਰਿਹਾ ਗੁਰੂ ਕਾ ਸਿੱਖ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੀ ਬੇਟੀ ਪੜ੍ਹ ਰਹੀ ਸੀ ਅਤੇ ਗੁਰੂ ਅਮਰਦਾਸ ਕੋਠੇ 'ਤੇ ਬੈਠੇ ਸੁਣ ਰਹੇ ਸਨ। ਅੱਜ ਕੱਲ੍ਹ ਤਾਂ ਸੁਣਨ ਵਾਸਤੇ ਬੜੇ ਸਾਧਨ ਨੇ। ਕੋਈ ਸਮਾਂ ਹੁੰਦਾ ਸੀ ਕੋਈ ਸਾਧਨ ਨਹੀਂ ਸੀ ਹੁੰਦਾ ਗੁਰੂ ਪੀਰ ਦੀ ਗੱਲ ਸੁਣਨ ਵਾਸਤੇ, ਬੜੀ ਮੁਸ਼ਕਿਲ ਹੁੰਦੀ ਸੀ ਵੱਡੀ। ਤਾਈਓ ਤੇ ਉਦੋਂ ਕਿਹਾ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਏ ਮਾਰਗ ਦਿਖਾਵੇ। ਬੜੇ ਤਰਲੇ ਲੈਣੇ ਪੈਂਦੇ ਸੀ ਕਿ ਰੱਬਾ ਕੋਈ ਆਪਣਾ ਪਿਆਰਾ ਮੇਲ, ਤੇਰੀ ਗੱਲ ਕਹੀਏ ਸੁਣੀਏ। ਹੁਣ ਤਾਂ ਯੂਟਿਊਬ ਵੀ ਭਰੀ ਪਈ ਆ, ਫੇਸਬੁੱਕ ਵੀ ਭਰੀ ਆ। ਹੁਣ ਤਾਂ ਲੋਕ ਸੁਣਨੋਂ ਹੀ ਹਟਦੇ ਜਾਂਦੇ ਨੇ। ਇੰਨੀਆਂ ਗੱਲਾਂ ਰੱਬ ਦੀਆਂ ਯੂਟਿਊਬ 'ਤੇ ਫੇਸਬੁੱਕ 'ਤੇ ਪਾਤੀਆਂ ਲੋਕਾਂ ਨੇ। ਜਦੋਂ ਕੋਈ ਬਾਜ਼ਾਰ ਵਿੱਚ ਚੀਜ਼ ਵੱਧ ਆ ਜੇ ਤਾਂ ਉਹਦੀ ਕੀਮਤ ਘੱਟ ਜਾਂਦੀ ਹੈ। ਉਹੀ ਗੋਭੀ ਜਿਹੜੀ 80 ਰੁਪਏ ਕਿਲੋ ਮਿਲਦੀ ਆ, ਮੁੜ ਕੇ 8 ਰੁਪਏ ਕਿਲੋ ਮਿਲਣ ਲੱਗ ਪੈਂਦੀ ਜਦੋਂ ਵੱਧ ਜਾਂਦੀ ਹੈ। ਹੁਣ ਇੰਨਾ ਰੱਬ ਦੀ ਚਰਚਾ ਯੂਟਿਊਬ ਫੇਸਬੁੱਕ 'ਤੇ ਆ ਕਿ ਹੁਣ ਲੋਕਾਂ ਦੀ ਰੁਚੀ ਘੱਟ ਗਈ। ਇੱਕ ਕਲਯੁੱਗ ਵੱਧ ਗਿਆ। ਅਤੇ ਇਹ ਅੰਮ੍ਰਿਤ ਵੇਲੇ ਜਬ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਅਤੇ ਉਹ ਕੈਦਖਾਨੇ 'ਚ ਬੰਦ ਉਹ ਪਾਠ ਨੂੰ ਸੁਣਦੇ ਨੇ। ਹੁਣ ਰਾਜ 'ਚ ਨੇ ਕੈਦ ਕੀਤੇ ਨੂੰ, ਉਹਨੂੰ ਰਾਤ ਨੀਂਦ ਕਿੱਥੋਂ ਆਉਣੀ ਹੈ? ਜਿਹੜੇ ਅੱਗੇ ਆਪਣੇ ਮਹਿਲਾਂ 'ਚ ਰਾਤ ਨੂੰ ਸੁੱਤੇ ਹੁੰਦੇ ਸੀ ਅਤੇ ਇੱਕ ਜਾਣਾ ਪੱਖਾ ਪਿਆ ਝੱਲਦਾ ਹੁੰਦਾ ਸੀ, ਇੱਕ ਜਾਣਾ ਪਹਿਰੇ 'ਤੇ ਖਲੋਤਾ ਹੁੰਦਾ ਸੀ, ਅਤੇ ਉਹਨਾਂ ਨੂੰ ਹੁਣ ਭੋਏ ਸੁੱਟਿਆ ਹੋਇਆ ਜ਼ਮੀਨ ਦੇ ਉੱਤੇ। ਉਹਨਾਂ ਨੂੰ ਨੀਂਦ ਕਿੱਥੋਂ ਆਵੇ? ਛੱਤੀ ਪਦਾਰਥ ਛਕਣ ਵਾਲੇ ਅੱਜ ਸੁੱਕੀਆਂ ਰੋਟੀਆਂ ਖਾ ਕੇ ਜੇਲ੍ਹ ਦੀਆਂ ਅਤੇ ਜ਼ਿੰਦਗੀ ਕੱਟਣ ਦੇ ਨੇ ਅਤੇ ਚੱਕੀਆਂ ਪੀਣ ਦੇ ਨੇ। ਕਿੱਥੇ ਨੀਂਦ ਆਉਂਦੀ? ਐਡਾ ਵੱਡਾ ਝਟਕਾ ਜਦੋਂ ਜ਼ਿੰਦਗੀ 'ਚ ਵੱਜ ਜਾਵੇ ਬੰਦੇ ਨੂੰ, ਫਿਰ ਨੀਂਦ ਕਿੱਥੋਂ? ਇਹ ਪਾਠ ਸੁਣਦੇ ਨੇ ਅਤੇ ਪਾਠ ਸੁਣਦਿਆਂ ਸੁਣਦਿਆਂ ਇਹਨਾਂ ਨੂੰ ਇੱਕ ਤੁਕ ਸੁਣਾਈ ਦੇਗੀ ਕਿ ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੇ ਬੰਧਨ ਕਾਟੇ। ਹੁਣ ਸਾਰੀ ਸੁਖਮਨੀ ਸਾਹਿਬ 'ਚੋਂ ਇਹ ਇਹਨਾਂ ਨੂੰ ਤੁਕ ਯਾਦ ਰਹਿ ਗਈ ਵੀ ਪੜ੍ਹ ਰਿਹਾ ਵੀ ਬੰਧਨ ਕੱਟੇ ਜਾਂਦੇ ਨੇ, ਅਸੀਂ ਬੰਧਨਾਂ 'ਚ ਫਸੇ ਹੋਏ ਹਾਂ। ਜਿੱਦਾਂ ਕੋਈ ਰੋਗੀ ਬੰਦਾ ਕਿਸੇ ਮਹਾਂਪੁਰਖੋਂ ਕੋਲ ਗਿਆ ਅਤੇ ਕਹਿਣ ਲੱਗਾ ਮਹਾਂਪੁਰਖੋ ਕੋਈ ਕਰੋ ਕਿਰਪਾ। ਕਹਿਣ ਲੱਗੇ ਉਹ ਤੁਕ ਪੜ੍ਹਿਆ ਕਰ, ਸਰਬ ਰੋਗ ਕਾ ਔਖਦ ਨਾਮ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂ ਮੰਗਲ ਗੁਣ ਗਾਮ। ਅਤੇ ਕੋਈ ਗਰੀਬ ਗਿਆ ਉਹਨੂੰ ਕਹਿੰਦੇ ਪੜ੍ਹਿਆ ਕਰ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਨੌ ਰਿੱਧ ਸਿੱਧ ਨੌ ਨਿੱਧ। ਹੁਣ ਜਿੱਦਾਂ ਦੀ ਕਿਸੇ ਦੀ ਭਾਵਨਾ ਆ ਉੱਦਾਂ ਦਾ ਅਗਲੇ ਨੇ ਜਾਪ ਕਰਨਾ ਹੈ। ਅਤੇ ਕਾਰਜ ਨਹੀਂ ਕੁਛ ਅੜਿਆ ਹੋਇਆ ਵਾ ਅਤੇ ਉਹ ਪੜ੍ਹਿਆ ਕਰੋ ਕਿ ਸਤਿਗੁਰ ਕਾਰਜ ਸਵਾਰ ਦਿੰਦਾ ਹੈ। ਹਾਂਜੀ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸੇਵ ਬਕਾਰ ਤੇ ਹਟੇ ਹੋਏ ਬੰਧਨਾਂ 'ਚ ਫਸੇ ਹੋਏ ਨੇ ਹੁਣ। ਅਤੇ ਇੱਕ ਦਿਨ ਫਿਰ ਸਿੱਖ ਨੂੰ ਕਹਿੰਦੇ ਭਾਈ ਆ ਜਿਹੜੀ ਤੂੰ ਤੁਕ ਪੜ੍ਹਦਾ ਸਤਿਗੁਰ ਸਿੱਖ ਕੇ ਬੰਧਨ ਕਾਟੇ, ਕਹਿਣ ਲੱਗੇ ਕਿ ਤੁਹਾਡਾ ਗੁਰੂ ਜਿਹੜਾ ਵਾ ਉਹ ਸਾਡੇ ਬੰਧਨ ਕੱਟ ਸਕਦਾ? ਕਹਿਣ ਲੱਗੇ ਗੁਰੂ ਸਾਰਿਆਂ ਦਾ ਸਾਂਝਾ ਹੁੰਦਾ ਵਾ ਅਤੇ ਉਹਨੂੰ ਜਿਹੜਾ ਪ੍ਰੇਮ ਨਾਲ ਯਾਦ ਕਰੇ ਉਹਦੇ ਬੰਧਨ ਟੁੱਟ ਹੀ ਜਾਂਦੇ ਨੇ। ਗੁਰੂ ਕਿਸੇ ਧਰਮ ਦਾ ਨਹੀਂ ਹੁੰਦਾ, ਗੁਰੂ ਕਿਸੇ ਫਿਰਕੇ ਦਾ ਨਹੀਂ ਹੁੰਦਾ, ਗੁਰੂ ਕੇਵਲ ਪਿਆਰ ਵਾਲਿਆਂ ਦਾ ਹੁੰਦਾ ਹੈ। ਗਨੀ ਖਾਂ ਨਬੀ ਖਾਂ ਕੋਈ ਸਿੱਖ ਨਹੀਂ ਹੈ।
ਤੇ ਸਿੱਖਾਂ ਨੇ ਵੀ ਉਸ ਸਮੇਂ ਸਾਥ ਨਹੀਂ ਦਿੱਤਾ ਜਦੋਂ ਗਣੀ ਖਾਂ ਨਬੀ ਖਾਂ ਨੇ ਸਾਥ ਦਿੱਤਾ 10ਵੇਂ ਪਾਤਸ਼ਾਹ ਜੀ ਦਾ। ਇਹ ਫਿਰ ਪ੍ਰੇਮ ਨਾਲ ਪੜ੍ਹਨ ਲੱਗ ਪਏ। ਹੁਣ ਰਾਤ ਨੀਂਦ ਨਹੀਂ ਆਉਂਦੀ, ਕਰਨਾ ਕੀ ਹੈ ਰਾਤ? ਕਹਿੰਦੇ ਸੁਕਰਾਤ ਨੇ ਨਾ ਜੇਲ੍ਹ ਵਿੱਚ ਸੀ ਤੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਸਵੇਰੇ ਅੰਮ੍ਰਿਤ ਵੇਲੇ। ਉਹਨੇ ਆਖਿਆ ਇੱਕ ਰਾਤ ਮੇਰੇ ਕੋਲ ਅਜੇ ਹੈਗੀ ਆ ਤੇ ਕੁਝ ਨਾ ਕੁਝ ਕਰ ਲਈਏ, ਰਾਤ ਬੜੀ ਲੰਮੀ ਹੁੰਦੀ ਆ। ਤੇ ਕਹਿੰਦੇ ਰਾਤ ਨੂੰ ਨੇ ਬੰਸਰੀ ਵਜਾਉਣੀ ਸਿੱਖਣੀ ਸ਼ੁਰੂ ਕਰ ਦਿੱਤੀ ਤੇ ਰਾਤ ਰਾਤ 'ਚ ਬੰਸਰੀ ਵਜਾਉਣੀ ਸਿੱਖ ਗਿਆ। ਤੇ ਇਹ ਵੀ ਹੁਣ ਰਾਤ ਵਿਹਲੇ ਆ ਤੇ ਕਹਿੰਦੇ ਚਲੋ ਆਪਾਂ ਅਭਿਆਸ ਕਰੀਏ ਇਸ ਤੁਕ ਦਾ ਕਿ ਸਤਿਗੁਰ ਸੇਕੇ ਬੰਧਨ ਕਾਟੇ। ਤੇ ਮੰਤਰ ਦੇ ਅੰਦਰ ਸ਼ਕਤੀ ਹੁੰਦੀ ਆ ਵੀ ਜਿਸ ਮਨੋਰਥ ਨੂੰ ਰੱਖ ਕੇ ਤੁਸੀਂ ਮੰਤਰ ਜਾਪ ਕਰਦੇ ਹੋ ਉਹ ਪ੍ਰਾਪਤ ਹੋਣਾ ਵਾ, ਉਹ ਮੰਤਰ ਨੇ ਸਿੱਧ ਹੋਣਾ ਵਾ। ਇਹ ਫਿਰ ਸਾਰੀ ਰਾਤ ਦੋਵੇਂ ਭਰਾ ਪੜ੍ਹਦੇ ਨੇ ਸਤਿਗੁਰ ਸੇਕੇ ਬੰਧਨ ਕਾਟੇ, ਸਤਿਗੁਰ ਸੇਕੇ ਬੰਧਨ ਕਾਟੇ। ਤੇ ਪ੍ਰੇਮ ਦੇ ਨਾਲ ਅੱਖਾਂ ਭਿੱਜੀਆਂ ਰਹਿੰਦੀਆਂ ਵੀ ਕਦੋਂ ਸੱਚੇ ਪਾਤਸ਼ਾਹ ਆਉਣਗੇ ਤੇ ਸਾਡੇ ਬੰਧਨ ਕੱਟਣਗੇ। ਕਿਉਂਕਿ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਫਸਿਆ ਹੋਇਆ ਬੰਦਾ ਬੜੇ ਅੰਦਰੋਂ ਯਾਦ ਕਰਦਾ ਹੈ। ਕਹਿੰਦੇ ਦੁੱਖ ਦਾਰੂ, ਇਹ ਦੁੱਖ ਹੁਣ ਦਾਰੂ ਦਾ ਕੰਮ ਕਰਦਾ ਹੈ। ਸੁੱਖ ਰੋਗ ਪਿਆ। ਇਹ ਫਿਰ ਜਦੋਂ ਦਿਨੇ ਰਾਤ ਪੜ੍ਹਦੇ ਨੇ ਤੇ ਸਮਾਂ ਆ ਗਿਆ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਕਿਲ੍ਹੇ ਦੇ ਅੰਦਰ ਜਾਂਦੇ ਨੇ। ਜੋ ਇਤਿਹਾਸਕ ਘਟਨਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੋਈ ਹੈ ਕਿ ਜਦੋਂ ਮਹਾਰਾਜ ਜਾਂਦੇ ਆ ਤੇ ਇਹ ਪੜ੍ਹ ਰਹੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਹਰ ਆ ਜਾਓ। ਕਹਿਣ ਲੱਗੇ ਮਹਾਰਾਜ ਜਿੰਦਰੇ ਲੱਗੇ ਹੋਏ ਆ। ਕਹਿਣ ਲੱਗੇ ਨਹੀਂ ਜਿੰਦਰੇ ਖੁੱਲ੍ਹੇ, ਤੁਸੀਂ ਬਾਹਰ ਨਿਕਲੋ। ਵਾਕਿਆ ਇਹਨੇ ਜਦੋਂ ਵੇਖਿਆ ਇਹਨਾਂ ਦੇ ਬੂਹਾ ਜਿਹੜਾ ਸੀ ਉਹਦਾ ਜਿੰਦਰਾ ਖੁੱਲ੍ਹਾ ਹੋਇਆ ਸੀ। ਬਾਹਰ ਆ ਗਏ ਨੇ। ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਮਹਾਰਾਜ ਚਰਨਾਂ ਦੇ ਨਾਲ ਲਿਪਟ ਗਏ। ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸਾਡੀਆਂ ਰਕਾਬਾਂ ਫੜ ਲਓ ਜੋ ਲਿਖਿਆ ਹੋਇਆ ਤੇ ਆਓ ਅਸੀਂ ਤੁਹਾਨੂੰ ਇਸ ਕਿਲ੍ਹੇ ਤੋਂ ਮੁਕਤ ਕਰਾ ਦਿੰਦੇ, ਤੁਹਾਨੂੰ ਕੈਦ ਤੋਂ ਮੁਕਤ ਕਰਾ ਦਿੰਦੇ ਹਾਂ। ਕਹਿੰਦੇ ਦੋਨਾਂ ਭਰਾਵਾਂ ਨੇ ਰੁਸਤਮ ਰਾਏ ਤੇ ਬਾਲਾ ਰਾਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਰਕਾਬਾਂ ਫੜੀਆਂ ਤੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਘੋੜੇ ਸਮੇਤ ਉੱਥੋਂ ਉਹਨਾਂ ਨੂੰ ਲੇਖੇ ਨਿਕਲ ਜਾਂਦੇ ਨੇ, ਉੱਡ ਜਾਂਦੇ ਨੇ। ਦੂਰ ਜਾ ਕੇ ਫਿਰ ਛੱਡ ਦਿੰਦੇ ਨੇ। ਕਹਿੰਦੇ ਚਾਹੋ ਹੁਣ ਆਪਣੇ ਰਾਜ ਚਲ ਜਾਓ ਤੇ ਉੱਥੇ ਆਪਣਾ ਰਾਜ ਭੋਗੋ ਤੁਸੀਂ। ਇਹ ਫਿਰ ਸਭ ਤੋਂ ਪਹਿਲਾਂ ਹਜ਼ੂਰ ਸਾਹਿਬ ਜਾਂਦੇ ਨੇ, ਜਿਸੇ 10ਵੇਂ ਪਾਤਸ਼ਾਹ ਨੇ ਸਰੀਰ ਛੱਡਿਆ। ਉੱਥੇ ਜਾ ਕੇ ਕੜਾਹ ਪ੍ਰਸ਼ਾਦੀ ਦੇ ਕਰਾਉਂਦੇ ਨੇ ਤੇ ਮਹਾਰਾਜ ਸ਼ੁਕਰ ਕਰਦੇ ਨੇ। ਤੇ ਉੱਥੇ ਮਾਈ ਭਾਗੋ ਜੀ ਦੇ ਨਾਲ ਗੱਲ ਕਰਦੇ ਨੇ ਵੀ ਇਸ ਤਰ੍ਹਾਂ 10ਵੇਂ ਪਾਤਸ਼ਾਹ ਨੇ ਸਾਨੂੰ ਕੈਦ ਵਿੱਚੋਂ ਛੁਡਾ ਦਿੱਤਾ। ਇਹ ਫਿਰ ਮਾਈ ਭਾਗੋ ਜੀ ਨੂੰ ਆਪਣੇ ਉੱਥੇ ਲੈ ਜਾਂਦੇ ਨੇ ਜਨਵਾੜੇ। ਉੱਥੇ ਫਿਰ ਮਾਤਾ ਭਾਗ ਕੌਰ ਜੀ ਦੀ ਸੇਵਾ ਕਰਦੇ ਨੇ, ਆਪਣੇ ਪਿੰਡ ਵਿੱਚ ਰੱਖਦੇ ਨੇ। ਕਿਉਂਕਿ ਸੱਚੇ ਪਾਤਸ਼ਾਹ ਨੇ ਬੜਾ ਪਰਉਪਕਾਰ ਕੀਤਾ ਸੀ ਇਹਨਾਂ ਰਾਜਿਆਂ ਉੱਤੇ। ਫਿਰ ਉਹ ਰਾਜੇ ਮਾਈ ਭਾਗ ਕੌਰ ਦੀ ਸੇਵਾ ਕਰਦੇ ਰਹੇ। ਫਿਰ ਮਾਤਾ ਜੀ ਨੇ ਉੱਥੇ ਸਰੀਰ ਛੱਡਿਆ, ਉਹਨਾਂ ਦੇ ਪਿੰਡ ਹੀ। ਅੱਜ ਵੀ ਜਦੋਂ ਹਜ਼ੂਰ ਸਾਹਿਬ ਤੋਂ ਗਾਂ ਨੂੰ ਜਦੋਂ ਜਾਈਦਾ ਹੈ ਨਾਨਕ ਝੀਰਾ, ਫਿਰ ਰਾਹ ਵਿੱਚ ਪਿੰਡ ਆਉਂਦਾ। ਇਸ ਕਰਕੇ ਸਾਹਿਬ ਕਹਿਣ ਲੱਗੇ ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਬਾਹਰ ਵੀ ਕੋਈ ਫਸਿਆ ਹੋਵੇ ਤੇ ਉਹਦੇ ਵੀ ਬੰਧਨ ਕੱਟੇ ਜਾਂਦੇ ਨੇ। ਤੇ ਜੇ ਕਾਮ ਕਰੋ ਦਲੋ ਮਨ ਲੀਨਾ ਵਾ, ਇਹ ਅਵਸਥਾ ਬਣੀ ਹੋਈ ਆ। ਤੇ ਫਿਰ ਗੁਰੂ ਇਸ ਬੰਧਨਾਂ ਤੋਂ ਵੀ ਮੁਕਤ ਕਰਾ ਦਿੰਦਾ ਹੈ। ਹਾਂਜੀ, ਇਸ ਕਰਕੇ ਮਹਾਰਾਜ ਕਹਿੰਦੇ ਨੇ ਮੰਨੇ ਪਾਵੇ ਮੋਖ ਦੁਆਰ। ਜਿਹੜਾ ਰੱਬ ਦੇ ਨਾਮ ਨੂੰ ਮੰਨੇਗਾ ਮੁਕਤ ਪਾਈਏ। ਸਾਧ ਸੰਗਤ ਬਿਨ ਸਜਾਏ ਅੰਧਿਆਰ। ਸਾਧ ਸੰਗ ਬੈਠ ਕੇ ਜਿਹੜਾ ਰੱਬ ਜਪੂਗਾ
ਉਹਨੂੰ ਇਹ ਮੰਨੇ ਪਾਵੇ ਮੋਖ ਦੁਆਰ ਵਾਲੀ ਵਸਤਾ ਪ੍ਰਾਪਤ ਹੋ ਜਾਣੀ ਹੈ।